अस्सलाम वालेकुम वरहमतुल्लाहि वबरकातुहू। नाज़रीन, ਅੱਜ ਮੇਰੇ ਨਾਲ ਮੌਜੂਦ ਨੇ ਲਾਈਨ ਤੇ ਮੁਹਤਰਮ ਤਾਰਿਕ ਬਾਜਵਾ ਸਾਹਿਬ। ਤੇ ਅਕਸਰ ਲੋਕੀ ਗੁਰਦਿਆਂ ਦੀ ਬਿਮਾਰੀ ਦਾ ਸ਼ਿਕਾਰ ਹੁੰਦੇ ਨੇ ਤੇ ਮੈਨੂੰ ਬਹੁਤ ਸਾਰੇ ਦੋਸਤਾਂ ਨੇ ਕਿਹਾ ਸੀ ਕਿ ਗੁਰਦਿਆਂ ਦੇ ਬਾਰੇ 'ਚ ਕੋਈ ਵੀਡੀਓ ਬਣਾ ਕੇ ਤੇ ਪੇਸ਼ ਕੀਤੀ ਜਾਏ ਕਿ ਉਹਦੇ ਜਿਹੜੇ ਮਸਾਇਲ ਨੇ ਉਹਨਾਂ ਨੂੰ ਕੈਸਾ ਅਸੀਂ ਕਵਰ ਕਰ ਸਕਦੇ ਹਾਂ ਔਰ ਕੈਸਾ ਇਸ ਬਿਮਾਰੀ ਤੋਂ ਗੁਰਦਿਆਂ ਦੀ ਬਿਮਾਰੀ ਤੋਂ ਆਪਣੇ ਆਪ ਨੂੰ ਮਹਿਫੂਜ਼ ਕਰ ਸਕਦੇ ਹਾਂ। ਤੇ ਪਿਛਲੇ ਦਿਨਾਂ 'ਚ ਤੁਸੀਂ ਜਾਣਦੇ ਹੋਵੋਗੇ ਕਿ ਮਸ਼ਹੂਰ ਸ਼ਖਸੀਅਤ ਉਹਨਾਂ ਦੀ ਬੇਟੀ ਦੀ ਵਫਾਤ ਵੀ ਹੋਈ ਹੈ ਸਿਰਫ ਗੁਰਦੇ ਟ੍ਰਾਂਸਪਲਾਂਟ ਹੋਣ ਦੀ ਵਜ੍ਹਾ ਤੋਂ। ਤੇ ਮੇਰੇ ਨਾਲ ਹੁਣ ਲਾਈਨ ਤੇ ਮੌਜੂਦ ਨੇ ਮੁਹਤਰਮ ਤਾਰਿਕ ਬਾਜਵਾ ਸਾਹਿਬ ਤੇ ਉਹਨਾਂ ਨਾਲ ਇਸ ਮੌਜੂਦ ਤੇ ਗੱਲਬਾਤ ਕਰ ਰਹੇ ਹਾਂ ਇਸ ਲਈ ਕਿ ਉਹਨਾਂ ਦਾ ਖੁਦ ਵੀ ਗੁਰਦਾ ਟ੍ਰਾਂਸਪਲਾਂਟ ਹੋਇਆ ਵੇ ਤੇ ਉਹ ਸਾਰੇ ਇਸ ਜਿਹੜੇ ਮਸਲੇ ਮਸਾਇਲ ਨੇ ਗੁਰਦਿਆਂ ਦੇ ਉਹਨਾਂ ਤੋਂ ਬੜੇ ਅੱਛੀ ਤਰ੍ਹਾਂ ਵਾਕਿਫ ਨੇ ਤੇ ਉਹ ਸਾਡੀ ਜ਼ਰੂਰ ਰਹਿਨਮਾਈ ਕਰਨਗੇ। अस्सलाम वालेकुम वरहमतुल्लाहि वबरकातुहू। जी वालेकुम सलाम वरहमतुल्लाह वबरकातुहू। की हाल है जी? ठीक है अल्हम्दुलिल्लाह। ਤੇ ਮੁਹਤਰਮ ਬਾਜਵਾ ਸਾਹਿਬ, ਤੁਹਾਨੂੰ ਦਰਖਾਸਤ ਹੈ ਕਿ ਤੁਸੀਂ ਕੋਈ ਗੁਰਦਿਆਂ ਦੇ ਬਾਰੇ 'ਚ ਕੋਈ ਰੋਸ਼ਨੀ ਪਾਓ ਕਿ ਉਹ ਖਰਾਬ ਹੋਣ ਤੇ ਕੈਸਾ ਪਤਾ ਚੱਲਦਾ ਹੈ ਜਾਂ ਉਹਨਾਂ ਦੀ ਇhtiyati ਤਦਾਬੀਰ ਕੀ ਹੁੰਦੀਆਂ ਨੇ। जी बिल्कुल जी। गुर्दे असल है कि खराब ਜਿਹੜੇ ਹੁੰਦੇ ਨੇ ਗੁਰਦੇ ਉਹ ਜ਼ਿਆਦਾ ਗੁਰਦੇ ਖਰਾਬ ਦੀ ਰੀਜ਼ਨ ਜਿਹੜੀ ਹੈ ਉਹ ਅਸੀਂ ਲੋਕ ਪਾਣੀ ਬਹੁਤ ਘੱਟ ਪੀਂਦੇ ਆ ਕਿ ਸਾਨੂੰ ਪਿਸ਼ਾਬ ਬਹੁਤ ਬੰਦੇ ਜਾਂਦਾ ਇਹ ਹੁੰਦਾ ਕਿ ਪਾਣੀ ਇਸ ਦਾ ਵਜ੍ਹਾ ਤੋਂ ਘੱਟ ਪੀਂਦੇ ਨੇ ਕਿ ਪਿਸ਼ਾਬ ਜਿਹੜਾ ਨਾ ਉਹਨਾਂ ਨੂੰ ਕਰਨ ਦਾ ਬਾਰ-ਬਾਰ ਪ੍ਰੋਬਲਮ ਹੁੰਦਾ ਹੈ। ਹਾਲਾਂਕਿ ਉਹਨਾਂ ਨੂੰ ਇਸ ਗੱਲ ਦਾ ਇਲਮ ਨਹੀਂ ਕਿ ਪਿਸ਼ਾਬ ਜਿਹੜਾ ਬਾਰ-ਬਾਰ ਆਉਣਾ ਹੈ ਔਰ ਕਰਨਾ ਹੈ ਉਹ ਤੁਹਾਡੀ ਸਿਹਤ ਵਾਸਤੇ ਬਹੁਤ ਜ਼ਿਆਦਾ ਅੱਛਾ ਹੈ ਤਾਂ ਕਿ ਜਿੰਨਾ ਪਿਸ਼ਾਬ ਤੁਸੀਂ ਕਰੋਗੇ ਤੁਹਾਡੇ ਅੰਦਰੋਂ ਉਨਾ ਹੀ ਗੰਦ ਜਿਹੜਾ ਹੈ ਉਹ ਖਾਰਜ ਹੋ ਰਿਹਾ। ਸਹੀ। ਜਿਹੜੇ ਬੰਦੇ ਇਸ ਗੱਲ ਤੋਂ ਡਰਦੇ ਨੇ ਕਿ ਯਾਰ ਮੈਨੂੰ ਪਿਸ਼ਾਬ ਆਏਗਾ ਕਿੱਥੇ ਮੈਂ ਕਰਾਂਗਾ, ਉਹ ਇਹ ਸਮਝਦੇ ਨੇ ਕਿ ਉਹ ਗੰਦ ਜਿਹੜਾ ਉਹ ਆਪਣੇ ਅੰਦਰ ਹੀ ਰਹਿਣ ਦਿੰਦੇ ਨੇ। ਉਹ ਆਂਦੇ ਨੇ ਅਸੀਂ ਇਹ ਨਹੀਂ ਚਾਹੁੰਦੇ ਉਹ ਆਪਣੇ ਅੰਦਰੋਂ ਦੀ ਗੰਦ ਦੀ ਸਫਾਈ ਕੀਤੀ ਜਾਵੇ। ਸਹੀ। ਹਾਲਾਂਕਿ ਇਹ ਹੋਣਾ ਚਾਹੀਦਾ ਕਿ ਪਾਣੀ ਜਿਹੜਾ ਹੈ ਉਹ ਜ਼ਿਆਦਾ ਪੀਓ, ਤੁਹਾਨੂੰ ਪਿਸ਼ਾਬ ਜ਼ਿਆਦਾ ਹੋਏ ਔਰ ਪਿਸ਼ਾਬ ਤੁਹਾਡੇ ਅੰਦਰ ਦੀ ਸਫਾਈ ਜ਼ਿਆਦਾ ਹੋਵੇ। ਉਹਦੀ ਵਜ੍ਹਾ ਨਾਲ ਗੁਰਦੇ ਵੀ ਤੁਹਾਡੇ ਸਹੀ ਕੰਮ ਕਰਨ ਦੇ ਫੌਰ ਰਹਿਣ ਦੇ ਔਰ ਤੁਸੀਂ ਵੀ ਸਿਹਤਮੰਦ ਰਹੋਗੇ, ਤੁਹਾਡਾ ਬਲੱਡ ਪ੍ਰੈਸ਼ਰ ਵਗੈਰਾ ਵੀ ਠੀਕ ਰਹੇਗਾ। ਤੇ ਉਹਦੇ ਵਾਸਤੇ ਇਹ ਵੇ ਕਿ ਪਾਣੀ ਜਿਹੜਾ ਕਮ ਸੇ ਕਮ ਹਰ ਜਿਹੜਾ ਬਿਲਕੁਲ ਸਿਹਤਮੰਦ ਆਦਮੀ ਹੈ ਉਹਨੂੰ 8 ਗਲਾਸ ਪਾਣੀ ਪੀਣੇ ਚਾਹੀਦੇ ਨੇ। ਨੀਟ ਵਾਟਰ ਕਿ ਸਿਰਫ ਮੁਰਾਦ ਹੈ ਕਿ ਸਿਰਫ ਪਾਣੀ ਦਾਤਾ 8 ਗਲਾਸ ਤੋਂ ਮੁਰਾਦ ਹੈ ਕਿ 2 ਲੀਟਰ ਜਿਹੜਾ ਨਾ ਪਾਣੀ ਅੱਛਾ, ਕਮ ਸੇ ਕਮ ਜਿਹੜਾ ਹੈ। ਬੰਦੇ ਨੂੰ ਪੀਣਾ ਚਾਹੀਦਾ। ਸਹੀ। ਇਹ ਨਹੀਂ ਕਿ ਇੱਕ ਦਫਾ ਹੀ ਤੁਸੀਂ ਡੀਕ ਲਾ ਕੇ ਪੀਓ, ਐਸਾ ਐਸਾ ਪੀਂਦੇ ਰਹੋ, ਕਦੀ ਅੱਧਾ ਗਲਾਸ ਪੀ ਲਿਆ ਫਿਰ ਗਲਾਸ ਪੀ ਲਿਆ ਐਸਾ ਜਿਹੜਾ ਨਾ। ਖਾਸ ਤੌਰ ਤੇ ਜਿਹੜੇ ਸਾਡੇ ਕੈਬ ਡਰਾਈਵਰ ਨੇ, ਕਿਉਂਕਿ ਮੈਂ ਵੀ ਕੈਬ ਡਰਾਈਵਰ ਰਿਹਾ ਵਾਂ, ਸਹੀ। ਮੈਂ ਬਖੂਬੀ ਗੁਜ਼ਰਿਆ ਕਿ ਮੇਰਾ ਵੀ ਇਹੀ ਸੋਚ ਹੁੰਦੀ ਸੀ ਕਿ ਯਾਰ ਪਾਣੀ ਕੀ ਪੀਣਾ ਪਿਸ਼ਾਬ ਜ਼ਿਆਦਾ ਹੈਗਾ ਛੱਡੋ ਪਣਾ। ਸਹੀ। ਮੈਂ ਕੋਕ ਪੀ ਲੈਣਾ, ਮੈਂ ਕੋਕ ਦਾ ਡੋਜ਼ ਇੱਕ ਪੀ ਲੈਣਾ ਜਾਂ ਐਸਾ ਦਾ ਕੋਈ ਜੂਸ ਲੈ ਕੇ ਪੀ ਲੈਣਾ। ਜਿਹੜੀ ਪਿਆਸ ਮੈਨੂੰ ਲੱਗੀ ਹੈ ਨਾ ਉਹ ਪਿਆਸ ਫਿਲਹਾਲ ਮਿਟ ਜਾਂਦੀ ਸੀ ਲੇਕਿਨ ਉਹਦੀ ਵਜ੍ਹਾ ਨਾਲ ਜਿਹੜਾ ਫਿਰ ਮੇਰੇ ਗੁਰਦੇ ਜਿਹੜੇ ਨੇ ਉਹ ਇਫੈਕਟ ਹੋਣੇ ਸ਼ੁਰੂ ਹੋ ਗਏ। ਅੱਛਾ, ਤੁਹਾਡੇ ਆਪਣੇ ਗੁਰਦੇ ਵੀ ਇਸ ਚੀਜ਼ ਨਾਲ ਇਫੈਕਟ ਹੋ ਗਏ ਸੀ ਪਾਣੀ ਘੱਟ ਪੀਣ ਦੀ ਵਜ੍ਹਾ ਤੋਂ ਤੇ ਜੀ ਬਿਲਕੁਲ ਬਿਲਕੁਲ। ਫੀਜ਼ੀ ਡਰਿੰਕ ਵਗੈਰਾ ਤੁਸੀਂ ਇਸਤੇਮਾਲ ਕਰ ਲੈਂਦੇ ਸੀ। ਮੈਂ ਪਾਣੀ ਦੇ ਬਜਾਏ ਜ਼ਿਆਦਾ ਫਿਜ਼ੀ ਡਰਿੰਕ ਪੀਂਦਾ ਸਾਂ। ਫਿਜ਼ੀ ਡਰਿੰਕ ਬਣਾ ਦੇ ਕੋਕ ਫਾਂਟਾ ਜੂਸ ਜਿਹੜੇ ਸਭ ਫਿਜ਼ੀ ਡਰਿੰਕ ਚੱਲਦੇ ਨੇ ਔਰ ਸਹੀ। ਬਹੁਤ ਜ਼ਿਆਦਾ ਨੁਕਸਾਨ ਨੇ। ਸਾਡੇ ਦੋਸਤਾਂ ਨੂੰ ਇਸ ਗੱਲ ਦਾ ਇਲਮ ਹੀ ਨਹੀਂ। ਉਹ ਸ਼ੌਕੀਏ ਫਿਜ਼ੀ ਡਰਿੰਕ ਪੀਂਦੇ ਨੇ ਕਿ ਲਓ ਜੀ ਕੋਕ ਪੀ ਲਵੋ ਜਾਂ ਖਾਣਾ ਖਾਦਾ ਚਲੋ ਜੀ ਜਰਾ ਡਕਾਰ ਵਗੈਰਾ ਆ ਜੇ ਫਲਾਣੀ ਚੀਜ਼ ਪੀ ਲਓ ਫਲਾਣੀ ਚੀਜ਼ ਪੀ ਲਓ। ਹਾਲਾਂਕਿ ਉਹ ਸਿਰਫ ਔਰ ਸਿਰਫ 99.9% ਬਲਕਿ 100% ਉਹ ਨੁਕਸਾਨ ਦੇ ਹੁੰਦੇ ਨੇ ਫਿਜ਼ੀ ਡਰਿੰਕ। ਅੱਛਾ। ਉਹ ਫਿਜ਼ੀ ਡਰਿੰਕ ਜਿਹੜੇ ਨਾ ਉਹੀ ਹੈ ਸਾਨੂੰ ਇਹ ਬਿਮਾਰੀਆਂ ਲਾਉਣ ਦੇ ਵਿੱਚ ਉਹਨਾਂ ਦਾ ਬਹੁਤ ਜ਼ਿਆਦਾ ਜਿਹੜਾ ਨਾ ਯਾਨੀ ਉਹਨਾਂ ਦਾ ਅਮਲ ਦਖਲ ਹੁੰਦਾ ਫਿਜ਼ੀ ਡਰਿੰਕ ਦਾ। ਅੱਛਾ। ਬਿਲਕੁਲ ਉਹ ਬਿਲਕੁਲ ਨਾ ਪੀਓ। ਮੇਰੇ ਸਾਰੇ ਦੋਸਤਾਂ ਅੱਗੇ ਤੁਹਾਨੂੰ ਦਰਖਾਸਤ ਹੈ ਕਿ ਫਿਜ਼ੀ ਡਰਿੰਕ ਬਹੁਤ ਜ਼ਿਆਦਾ ਖਤਰਨਾਕ ਚੀਜ਼ ਹੈ। ਇਸ ਵਾਸਤੇ ਉਹਨੂੰ ਇਗਨੋਰ ਕਰੋ ਔਰ ਜ਼ਿਆਦਾ ਫਿਜ਼ੀ ਡਰਿੰਕ ਦੀ ਬਜਾਏ ਸਿਰਫ ਸਾਦਾ ਪਾਣੀ। ਅੱਛਾ ਮੁਹਤਰਮ ਬਾਜਵਾ ਸਾਹਿਬ, ਅਗਰ ਕਾਈਂਡਲੀ ਦੋਸਤਾਂ ਨੂੰ ਇਹ ਵੀ ਦੱਸੋ ਕਿ ਜਦੋਂ ਸਾਡੇ ਗੁਰਦੇ ਖਰਾਬ ਹੁੰਦੇ ਨੇ ਉਹਦੀ ਕੋਈ ਨਿਸ਼ਾਨੀਆਂ ਕਿ ਸਾਨੂੰ ਕੀ ਅਲਾਮਾਤ ਹੁੰਦੀਆਂ ਨੇ ਉਹਦੀਆਂ, ਤਾਂ ਨਾਲੇ ਦੋਸਤਾਂ ਨੂੰ ਇਹ ਵੀ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਸਾਡਾ ਇਹ ਜਿਹੜਾ ਵਰਲਡ ਇਨਫੋਰਮੇਸ਼ਨ ਜਿਹੜਾ TV ਹੈ ਇਹਨੂੰ ਜ਼ਰੂਰ ਤੁਸੀਂ ਇਹਨੂੰ ਸਬਸਕ੍ਰਾਈਬ ਵੀ ਕਰੋ ਤੇ ਅਸੀਂ ਇਸ ਤਰ੍ਹਾਂ ਹੀ ਇਨਫੋਰਮੇਸ਼ਨ ਦੀਆਂ ਤੁਹਾਡੇ ਵੀਡੀਓ ਬਣਾਉਂਦੇ ਰਹਿੰਦੇ ਹਾਂ। ਤੇ ਬਾਜਵਾ ਸਾਹਿਬ ਹੁਣ ਦੱਸਣਗੇ ਕਿ ਜਦੋਂ ਗੁਰਦੇ ਖਰਾਬ ਹੁੰਦੇ ਨੇ ਉਦੋਂ ਕੀ ਸੂਰਤ-ਹਾਲ ਹੁੰਦੀ, ਸਾਨੂੰ ਮਹਿਸੂਸ ਕਿਸ ਤਰ੍ਹਾਂ ਹੁੰਦਾ ਹੈ ਖੁਦ ਜਿਹੜਾ ਹੈ। ਹਰ ਬੰਦੇ ਦੀ ਫੀਲਿੰਗ ਅਲੱਗਾ ਨੇ। ਜਦੋਂ ਮੇਰੇ ਗੁਰਦੇ ਖਰਾਬ ਸ਼ੁਰੂ ਹੋਏ ਸਨ ਤੇ ਮੈਂ ਬੜਾ ਆਪਣੀ ਤਬੀਅਤ ਦੇ ਵਿੱਚ ਬੜਾ ਅਜੀਬ ਜਿਹਾ ਮੈਂ ਫੀਲ ਕਰਦਾ ਸੀ। ਕਦੀ ਤੇ ਮੈਨੂੰ ਯਾਨੀ ਰਾਈਟ ਹੈਂਡ ਸਾਈਡ ਤੇ ਦਰਦ ਹੋਣੀ ਸ਼ੁਰੂ ਹੋ ਜਾਣੀ, ਕਦੀ ਮੈਨੂੰ ਦਿਲ ਵਾਲੇ ਪਾਸੇ ਦਿਲ ਮੇਰਾ ਯਕਦਮ ਬਹੁਤ ਜ਼ਿਆਦਾ ਧੜਕਣਾ ਸ਼ੁਰੂ ਹੋ ਜਾਣਾ। ਅੱਛਾ। ਮੈਨੂੰ ਕੋਈ ਸਮਝ ਨਹੀਂ ਸੀ ਆਉਂਦੀ। ਅੱਛਾ। ਤੇ ਖਾਰਿਸ਼ ਕਦੀ ਥਾਂ ਸ਼ੁਰੂ ਹੋ ਜਾਣੀ
ਅਜੀਬ ਜੀ ਫੀਲਿੰਗ ਯਾਨੀ ਜਦੋਂ ਬੰਦੇ ਦੇ ਗੁਰਦੇ ਖਰਾਬ ਹੁੰਦੇ ਤਾਂ ਉਹਨੂੰ ਪਤਾ ਚੱਲ ਜਾਂਦਾ ਕਿ ਮੇਰੀ ਬਾਡੀ ਦੇ ਅੰਦਰ ਇੱਕ ਵਾਰ ਕੋਈ ਰੋਂਗ ਕੁਝ ਚੀਜ਼ ਗੜਬੜ ਹੈ। ਕਿਉਂਕਿ ਇੱਕ ਬੰਦੇ ਨੂੰ ਖੁਦਾ ਤਾਲਾ ਨੇ ਐਸਾ ਦਿਮਾਗ ਦਿੱਤਾ, ਉਹ ਬੰਦੇ ਨੂੰ ਖੁਦ ਹੀ ਪਤਾ ਚੱਲ ਜਾਂਦਾ ਹੈ ਕਿ ਮੇਰੇ ਬਾਡੀ ਦੇ ਅੰਦਰ ਕੁਝ ਨਾ ਕੁਝ ਗੜਬੜ ਹੈ। ਜਦੋਂ ਕਿ ਤੁਸੀਂ ਫੀਲ ਕਰੋ ਕਿ ਤੁਸੀਂ ਕੋਈ ਬਿਹਤਰ ਨਹੀਂ ਫੀਲ ਕਰ ਰਹੇ, ਤਾਂ ਮੇਰਾ ਮਸ਼ਵਰਾ ਸਭ ਤੋਂ ਪਹਿਲਾਂ ਤੁਸੀਂ ਆਪਣੀ ਜੀਪੀ ਕੋਲ ਜਾਓ, ਆਪਣਾ ਚੈੱਕਅਪ ਮੁਕੰਮਲ ਕਰਾਓ, ਡਾਕਟਰ ਕੋਲ ਜਾਓ। ਤੇ ਮੈਂ ਵੀ ਫਿਰ ਇਸੇ ਤਰ੍ਹਾਂ ਡਾਕਟਰ ਕੋਲ ਗਿਆ। ਅੱਛਾ ਮੈਂ ਉਹਨੂੰ ਦੱਸਿਆ ਕਿ ਮੈਨੂੰ ਲੱਗਦਾ ਹੈ ਕਿ ਮੇਰਾ ਜਿਹੜਾ ਨਾ ਹਾਰਟ ਉਹ ਸਹੀ ਕੰਮ ਨਹੀਂ ਕਰ ਰਿਹਾ, ਮੁਮਕਿਨ ਹੈ ਮੈਨੂੰ ਹਾਰਟ ਅਟੈਕ ਹੋਵੇ ਜਾਂ ਕੁਝ ਇਸ ਤਰ੍ਹਾਂ ਦਾ ਸੀ। ਤੇ ਉਹਨੇ ਮੇਰੇ ਕੋਲ ਸਾਈਕਲ ਚਲਵਾਇਆ ਉਸੇ ਟਾਈਮ, ਤੇ ਸਾਈਕਲ ਚਲਵਾ ਚਲੂ ਕੇ ਉਹਨੇ ਮੇਰੇ ਕੋਲ ਖੂਨ ਔਰ ਪਿਸ਼ਾਬ ਦੋਨੋਂ ਚੀਜ਼ਾਂ ਲੈ ਕੇ ਤੇ ਮੈਨੂੰ ਕਹਿੰਦਾ ਤੂੰ ਨੈਕਸਟ ਤੇ ਆ। ਅੱਛਾ ਮੈਂ ਅਗਲੇ ਦਿਨ ਉਹਨੇ ਮੈਨੂੰ ਕਿਹਾ ਕਿ ਤੇਰਾ ਹਾਰਟ ਜਿਹੜਾ ਉਹ ਤੇ ਬਿਲਕੁਲ ਠੀਕ ਹੈ, ਅੱਛਾ ਤੇ ਮੈਨੂੰ ਲੱਗਦਾ ਹੈ ਕਿ ਤੇਰੇ ਕਿਡਨੀ 'ਚ ਕੋਈ ਪ੍ਰੋਬਲਮ ਹੈ, ਉਹ ਸਹੀ ਵਰਕ ਨਹੀਂ ਕਰ ਰਹੀ, ਤੇ ਤੈਨੂੰ ਮੈਂ ਹਸਪੀਟਲ ਭੇਜ ਦੇਣਾ, ਉਹ ਤੈਨੂੰ ਚੈੱਕ ਕਰਨ। ਸਹੀ ਜਦੋਂ ਹਸਪੀਟਲ ਉਹਨਾਂ ਮੈਨੂੰ ਭੇਜਿਆ, ਉਹਨਾਂ ਚੈੱਕ ਕੀਤਾ, ਉਹਨਾਂ ਕਿਹਾ ਤੇਰਾ ਇੱਕ ਗੁਰਦਾ ਨਹੀਂ, ਤੇਰੇ ਦੋਵੇਂ ਗੁਰਦੇ ਆਲਮੋਸਟ ਖਤਮ ਹੋਣ ਵਾਲੇ ਨੇ, ਤੇ ਤੇਰਾ ਤੇ ਡਾਇਲਿਸਿਸ ਸ਼ੁਰੂ ਹੋ ਚੱਲਾ। ਮੈਂ ਇਹਨੂੰ ਫਿਕਰ ਪੈ ਗਈ। ਖੈਰ ਉਹਨਾਂ ਬਾਰਾਂ ਮੈਨੂੰ ਦਵਾਈ ਸ਼ਵਾਈ ਦਿੱਤੀ ਤੇ ਇਹਤਿਆਤਾਂ ਦਿੱਤੀਆਂ ਮੈਨੂੰ ਕਿ ਕੀ ਤੂੰ ਇਹਤਿਆਤ ਤੇ ਕਰਨੀ ਹੈ। ਉਹਦੇ ਵਿੱਚ ਇਹਤਿਆਤ ਸਭ ਤੋਂ ਪਹਿਲੀ ਤਾਂ ਉਹਨਾਂ ਮੈਨੂੰ ਇਹ ਦੱਸੀ ਕਿ ਤੂੰ ਪਾਣੀ ਬਹੁਤ ਜ਼ਿਆਦਾ ਪੀ। ਅੱਛਾ ਪਾਣੀ ਜ਼ਿਆਦਾ ਪੀਣਾ। ਹਾਂ, ਜਿਹੜਾ ਕਿ ਮੈਂ ਪਾਣੀ ਬਿਲਕੁਲ ਪੀਂਦਾ ਹੀ ਨਹੀਂ ਸਾਂ। ਅੱਛਾ ਤਾਂ ਹੁਣ ਦੇ ਬਰਾਬਰ ਪੀਂਦਾ ਸਾਂ। ਹੂੰ ਤੇ ਦੂਸਰਾ ਉਹਨਾਂ ਆਖਿਆ ਕਿ ਬਰੀਥਿੰਗ ਜਿਹੜਾ ਨਾ ਉਹ ਘੱਟ ਤੋਂ ਘੱਟ ਪੀਣਾ। ਸਹੀ ਮੈਂ ਉਹਨਾਂ ਦੀ ਹਦਾਇਤ ਤੇ ਅਮਲ ਕੀਤਾ ਔਰ ਮੈਂ 33% ਜਿਹੜੇ ਮੇਰੇ ਗੁਰਦੇ ਖਤਮ ਹੋਏ, ਡਾਕਟਰਾਂ ਨੇ ਆਖਿਆ 33% ਤੇਰੇ ਗੁਰਦੇ ਜਿਹੜੇ ਤੇਰੀ ਦੇ ਨਾਲ ਜਿਹੜੇ ਨਾ ਉਹਨਾਂ ਦੀ ਪਰਸੈਂਟੇਜ ਥੱਲੇ ਜਾ। ਅੱਛਾ ਤੇ 33% ਦੇ ਮੁਮਕਿਨ ਹੈ ਤੇਰਾ ਅਸੀਂ ਡਾਇਲਿਸਿਸ 1 ਮਹੀਨੇ ਤੱਕ ਸ਼ੁਰੂ ਕਰ ਦਿੱਤੀ ਅੱਛਾ ਜਾਂ ਜਦੋਂ ਦੂਸਰੇ ਮਹੀਨੇ ਤੱਕ ਤੇਰਾ ਅਸੀਂ ਡਾਇਲਿਸਿਸ ਸ਼ੁਰੂ ਕਰ ਦਿੱਤੀ। ਅੱਛਾ ਲਿਆਦਾ ਉਹਨਾਂ ਜਿਹੜੀਆਂ ਮੈਨੂੰ ਦਵਾਈਆਂ ਦਿੱਤੀਆਂ ਉਹਦੇ ਵਿੱਚ ਬਲੱਡ ਪ੍ਰੈਸ਼ਰ ਦੀ ਗੋਲੀ ਉਹਨਾਂ ਨੇ ਦਿੱਤੀ ਔਰ ਦੂਸਰਾ ਕੋਲੇਸਟ੍ਰੋਲ ਦੀ ਗੋਲੀ। ਅੱਛਾ ਉਹ ਮੈਂ ਖਾਣੀ ਸ਼ੁਰੂ ਕੀਤੀਆਂ ਔਰ ਇਹਤਿਆਤ ਦੇ ਵਿੱਚ ਉਹਨਾਂ ਮੈਨੂੰ ਕਿਹਾ ਕਿ ਤੂੰ ਜਿਹੜਾ ਨਾ ਸਬਜ਼ ਚੀਜ਼ਾਂ ਨਹੀਂ ਖਾਣੀਆਂ, ਸਬਜ਼ ਚੀਜ਼ਾਂ ਨਹੀਂ ਖਾਣੀਆਂ। ਚੀਜ਼ਾਂ ਗ੍ਰੀਨਰੀ ਚੀਜ਼ਾਂ ਨਹੀਂ ਖਾਣੀਆਂ। ਅੱਛਾ ਜਿਹਦੇ ਵਿੱਚ ਹਾਂਜੀ, ਜਿਹਦੇ ਵਿੱਚ ਉਹਨਾਂ ਮੈਨੂੰ ਆਖਿਆ ਕਿ ਸਲਾਦ ਵੀ ਜ਼ਿਆਦਾ ਖਾਣਾ, ਖਾਸ ਤੌਰ ਤੇ ਪਾਲਕ ਨਹੀਂ ਖਾਣੀ। ਅੱਛਾ ਹਾਂ, ਗੋਭੀ ਇਸ ਤਰ੍ਹਾਂ ਦੀ ਚੀਜ਼ਾਂ ਤਾਜ਼ਾ ਨਹੀਂ ਖਾਣੀਆਂ। ਅੱਛਾ ਮੀਟ ਗੋਸ਼ਤ ਘੱਟ ਖਾਣਾ, ਪਾਣੀ ਸਹੀ ਜ਼ਿਆਦਾ ਪੀਣਾ। ਅੱਛਾ ਇਸੇ ਤਰ੍ਹਾਂ ਹੀ ਅਸੀਂ ਮੈਂ ਕਿਹਾ ਆਪਣੇ ਨਾਜ਼ਰੀਨ ਨੂੰ ਦੱਸ ਦਈਏ ਕਿ ਸਬਜ਼ ਚੀਜ਼ਾਂ ਜੇ ਗੁਰਦਿਆਂ ਦਾ ਮਸਲਾ ਹੋਏ ਉਹ ਵੀ ਘੱਟ ਖਾਣੀਆਂ ਨੇ, ਪਾਲਕ ਵੀ ਘੱਟ ਖਾਣੀ ਹੈ, ਗੋਸ਼ਤ ਵੀ ਘੱਟ ਖਾਣਾ ਹੈ ਨਾ। ਹਾਂਜੀ ਬਿਲਕੁਲ, ਇਹ ਚੀਜ਼ਾਂ ਜ਼ਿਆਦਾ ਉਹ ਘੱਟ ਖਾਣੀਆਂ। ਸਹੀ ਮੋਂਗਰੇ ਨਹੀਂ ਖਾਣੇ। ਅੱਛਾ ਮੋਂਗਰੇ ਵੀ ਨਹੀਂ। ਮੋਂਗਰੇ ਨਹੀਂ ਖਾਣੇ, ਪਾਲਕ ਨਹੀਂ ਖਾਣੀ। ਸਹੀ ਕੁਝ ਤੇ ਇਹਦਾ ਕੋਈ ਨੁਕਸਾਨਦੇਹ ਨਹੀਂ, ਲੇਕਿਨ ਗੋਸ਼ਤ ਘੱਟ ਖਾਣਾ, ਇਹ ਨਹੀਂ ਕਿ ਨਹੀਂ ਖਾਣਾ, ਖਾਣਾ ਹੈ ਅੱਛਾ ਤੇ ਖਾਣਾ ਜ਼ਿਆਦਾ ਨਹੀਂ। ਜ਼ਿਆਦਾ ਨਹੀਂ ਖਾਣਾ। ਸਹੀ ਤੇ ਉਹ ਖੈਰ ਮੈਂ ਚੀਜ਼ਾਂ ਖਾਣੀ ਸ਼ੁਰੂ ਕੀਤੀਆਂ ਜੋ ਡਾਕਟਰ ਨੇ ਮੈਨੂੰ ਕਿਹਾ। ਉਹਦੇ ਸਾਰੇ ਦੱਸਦੇ ਇਹੀ ਸੀ, ਉਹਨੇ ਕਿਹਾ ਕਿ ਦਵਾਈਆਂ ਤੂੰ ਖਾਣੀਆਂ ਨੇ। ਸਹੀ ਮੈਂ ਬਲੱਡ ਪ੍ਰੈਸ਼ਰ ਦੀ ਗੋਲੀਆਂ ਖਾਣੀ ਸ਼ੁਰੂ ਕੀਤੀਆਂ। ਸਹੀ ਉਸ ਤੋਂ ਬਾਅਦ ਫਿਰ ਹੋਮਿਓਪੈਥਿਕ ਜਿਹੜਾ ਨਾਲ ਮੈਂ ਉਹ ਵੀ ਸ਼ੁਰੂ ਕਰ, ਅੱਛਾ ਜਿਹਦੇ ਵਿੱਚ ਕਰਾਟੈਕ ਤੇ ਇਸ ਤਰ੍ਹਾਂ ਦੀਆਂ 2-3 ਸਾਨੂੰ ਉਹਨਾਂ ਵਿੱਚ ਦੇਣ ਨਿਕਲਦੇ ਆ, ਉਹ ਮੈਂ ਪੀਣੇ ਸ਼ੁਰੂ ਕਰ। ਸਹੀ ਠੀਕ ਹੈ ਫਿਰ ਤੇਰੇ ਡਾਕਟਰ ਨੇ ਮੈਨੂੰ 3-4 ਹਫ਼ਤੇ ਬਾਅਦ ਦੀ ਅਪਾਇੰਟਮੈਂਟ ਦਿੱਤੀ ਤੇ ਮੈਂ ਗਿਆ ਜੀ ਤੇ ਉਹਨੇ ਫਿਰ ਅਗਲੇ ਮਹੀਨੇ ਬਾਅਦ ਦੁਬਾਰਾ ਫਿਰ ਆਈ। ਸਹੀ ਫਿਰ ਦੂਸਰੇ ਮਹੀਨੇ ਗਿਆ, ਫਿਰ ਉਹਨੇ ਆਖਿਆ ਤੂੰ 2 ਮਹੀਨੇ ਬਾਅਦ, ਐਸਾ 3 ਮਹੀਨੇ, ਪਤਾ ਕਿ ਮੈਂ ਕਾਫੀ ਜਿਹੜਾ ਨਾ ਉਸ ਕੋਲ ਜਾਂਦਾ ਰਿਹਾ ਕਿ ਆਖਰ ਇੱਥੇ ਮੈਨੂੰ ਡਾਕਟਰ ਨੇ ਕਿਹਾ ਕਿ ਤੈਨੂੰ ਹੁਣ ਮੈਂ ਨਾ ਮੂਵ ਜਰਮਨੀ ਤੋਂ ਇੱਥੇ ਮੂਵ ਹੋਣਾ ਸੀ ਇੰਗਲੈਂਡ। ਅੱਛਾ ਤੇ ਮੈਂ ਆਖਰੀ ਦਫਾ ਡਾਕਟਰ ਨੂੰ ਗਿਆ ਤਾਂ ਉਹਨੂੰ ਮੈਂ ਕਿਹਾ ਕਿ ਮੈਂ ਆਪਣਾ ਮੂਵ ਹੋਇਆ ਤੇ ਮੇਰਾ ਕਿਡਨੀ ਜਿਹੜਾ ਚੈੱਕ ਚੁੱਕ ਕਰਕੇ ਮੈਨੂੰ ਉਹਨੇ ਘਰ ਚੈੱਕ ਕਰਕੇ ਉਹਨਾਂ ਕਿਹਾ ਤੈਨੂੰ ਹੁਣ ਨਾ, ਉਦੋਂ ਮੇਰੀ ਉਮਰ ਸੀ ਗਾਲਬਨ 35 ਸਾਲ ਸੀ। ਅੱਛਾ 35 ਅੱਛਾ ਮੈਨੂੰ ਉਹਨੇ ਕਿਹਾ ਕਿ ਤੈਨੂੰ 60 ਸਾਲ ਤੱਕ ਡਾਇਲਿਸਿਸ ਨਹੀਂ ਲੱਗਣਾ, ਗਰੰਟੀ ਏਟ ਮੈਂ ਦਿੰਦਾ ਡਾਕਟਰ ਨੇ ਮੈਨੂੰ ਕਿਹਾ। ਅਲਹਮਦੁਲਿਲਾ ਉਹ ਕਰਨ ਨਾਲ ਮੈਂ ਜਿਹੜਾ ਨਾ ਹੋਰ ਬਸ ਪਰਹੇਜ਼ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਉਹਨੇ ਮੈਨੂੰ ਕਿਹਾ ਨਾ ਕਿ ਤੈਨੂੰ 60 ਸਾਲ ਤੱਕ ਡਾਇਲਿਸਿਸ ਨਹੀਂ ਹੋਏਗਾ, ਮੈਂ ਇਸੇ ਤਰ੍ਹਾਂ ਹੀ ਚੱਲਦਾ ਰਿਹਾ, ਲੇਕਿਨ ਨਾਲ ਉਹਨੇ ਇਹ ਵੀ ਮੈਨੂੰ ਕਿਹਾ ਕਿ ਤੂੰ ਇਸ ਤਰ੍ਹਾਂ ਜਿਵੇਂ ਚੱਲ ਰਿਹਾ ਇਸ ਤਰ੍ਹਾਂ ਚੱਲਦਾ ਰਿਹਾ ਤੇ ਤੈਨੂੰ 60 ਸਾਲ ਤੱਕ ਡਾਇਲਿਸਿਸ ਨਹੀਂ ਮਿਲੇਗਾ। ਤੇ ਮੈਂ ਖੈਰ ਮੂਵ ਹੋ ਕੇ ਇੰਗਲੈਂਡ ਆ ਗਿਆ ਤੇ ਇੱਥੇ ਮੈਂ ਦਵਾਈ ਖਾਣੀ ਛੱਡ ਦਿੱਤੀ, ਪਾਣੀ ਉਹਨਾਂ ਨਾਲ ਪੀਣਾ ਸ਼ੁਰੂ ਕੀਤਾ ਤੇ ਉਹਦੀ ਵਜ੍ਹਾ ਨਾਲ 2 ਸਾਲ ਬਾਅਦ ਮੈਨੂੰ ਸਟ੍ਰੋਕ ਹੋ ਗਿਆ, ਬ੍ਰੇਨ ਹੈਮਰੇਜ। ਉਹ ਬ੍ਰੇਨ ਹੈਮਰੇਜ ਹੋ ਗਿਆ। ਅੱਛਾ ਅੱਲਾ ਮੀਆਂ ਨੇ ਬਾਰ-ਬਾਰ ਮੈਨੂੰ ਬ੍ਰੇਨ ਹੈਮਰੇਜ ਤੋਂ ਬਚਾਇਆ। ਹਾਂ ਖੁਦਾ ਤਾਲਾ ਦੇ ਫਜ਼ਲ ਨਾਲ, ਸ਼ੁਕਰ ਨਾਲ ਕਿ ਮੈਂ ਬਚ ਗਿਆ। ਹਾਂ ਉਹ ਟਾਈਮ ਗੁਰਦੇ ਤੋਂ ਬਾਅਦ ਜਿਹੜਾ ਨਾ ਬ੍ਰੇਨ ਹੈਮਰੇਜ ਤੋਂ ਬਾਅਦ ਮੇਰੇ ਕਿਡਨੀ ਜਿਹੜੇ ਨਾ ਉਹ ਖਤਮ ਹੋ ਗਏ ਬਿਲਕੁਲ। ਅੱਛਾ ਬਿਲਕੁਲ ਟਿਸ਼ੂ ਖਤਮ ਹੋ ਗਏ ਗੁਰਦੇ ਦੇ। ਬਿਲਕੁਲ ਗੁਰਦੇ ਬਿਲਕੁਲ ਖਤਮ, ਟਿਸ਼ੂ ਨਹੀਂ, ਬਿਲਕੁਲ ਗੁਰਦੇ ਖਤਮ ਹੋ ਗਏ। ਗੁਰਦੇ ਹੀ ਖਤਮ ਹੋ ਗਏ। ਅੱਛਾ ਖਤਮ ਹੋ ਗਏ
ਸਹੀ। ਤੇ ਉਹ ਜਿਸ ਵੇਲੇ ਗੁਰਦੇ ਖਤਮ ਹੋਏ ਤੇ ਉਦੋਂ ਮੇਰੀ ਫੀਲਿੰਗ ਇਹ ਸੀ ਕਿ ਕੋਈ ਚੀਜ਼ ਤੇ ਖਾਣ ਤੇ ਦਿਲ ਨਾ ਕਰੇ, ਸਿਰਫ ਉਲਟੀਆਂ ਫਿਰ ਨਾ ਬਹੁਤ ਜ਼ਿਆਦਾ ਸ਼ੁਰੂ ਹੋ ਗਈ। ਅੱਛਾ ਪਤਾ ਕਿ ਮੈਂ ਫਿਰ ਉਲਟੀਆਂ ਹੀ ਕਰਦਾ ਸਾਂ ਤਾਂ ਇੱਕ ਵਕਤ ਆਇਆ ਕਿ ਖੂਨ ਦੇ ਨਾਲ, ਅੱਛਾ ਖੂਨ ਦੇ ਨਾਲ? ਹਾਂਜੀ, ਨਾਲ ਖੂਨ ਆਉਣਾ ਸ਼ੁਰੂ ਹੋ ਓਏ ਹੋਏ। ਗਿਆ। ਤੇ ਆਖਰ ਮੈਂ ਹਸਪੀਟਲ ਗਿਆ। ਹਸਪੀਟਲ ਮੈਂ ਸੈਚਰਡੇ ਦੀ ਸ਼ਾਮ ਨੂੰ ਮੈਂ ਹਸਪੀਟਲ ਗਿਆ, ਕਿਉਂਕਿ ਸਹੀ। ਉਦੋਂ ਈਸਟਰ ਦੀਆਂ ਛੁੱਟੀਆਂ ਹੀ ਸਨ ਤੇ ਮੈਂ ਚਲਾ ਗਿਆ ਹੋਲੀਡੇ ਤੇ। ਅੱਛਾ ਤੇ ਉਹ ਮੈਂ ਇਹ ਸਮਝਿਆ ਕਿ ਮੇਰਾ ਥਕਾਵਟ ਥਕੂਵਟ ਹੋ ਗਈ ਤੇ ਹੋਲੀਡੇ ਕਰਾਂਗਾ ਤੇ ਠੀਕ ਹੋ ਜਾਊਗਾ, ਫਰੈਸ਼ ਹੋ ਜਾਊਗਾ। ਸਹੀ। ਬਜਾਏ ਫਰੈਸ਼ ਹੋਣ ਤੇ ਮੈਂ ਹੋਰ ਬਿਮਾਰ ਹੋ ਗਿਆ। ਅੱਛਾ ਉਹ ਮੈਂ ਫਿਰ ਵਾਪਸ ਆਇਆ ਹਸਪੀਟਲ ਗਿਆ ਤੇ ਉਹਨਾਂ ਆਖਿਆ ਕਿ ਤੇਰੇ ਤੇ ਗੁਰਦੇ ਖਤਮ ਹੋ ਗਏ ਨੇ। ਹਾਂ। ਤਾਂ ਤੇਰਾ ਅਸੀਂ ਸੰਡੇ ਨੂੰ ਡਾਇਲਿਸਿਸ ਨਹੀਂ ਕਰਦੇ, ਤੇਰਾ ਤੇ ਅਸੀਂ ਡਾਇਲਿਸਿਸ ਕਰਾਂਗੇ। ਅੱਛਾ ਖੈਰ ਉਹਨਾਂ ਮੁਕਸਰ ਹੈ ਕਿ ਮੇਰਾ ਫਿਰ ਉਹਨਾਂ ਸੰਡੇ ਨੂੰ ਡਾਇਲਿਸਿਸ ਕੀਤਾ 2 ਘੰਟੇ ਦਾ। ਹਾਂ। ਉਸ ਤੋਂ ਬਾਅਦ ਮੇਰੀ ਕਿਡਨੀ ਜਿਹੜੀ ਨਾ ਕਾਫੀ ਬਿਹਤਰ, ਅੱਛਾ ਉਹ ਜਿੰਨਾ ਤੱਕ ਸਫਾਈ ਹੋ ਗਈ ਹਾਂ। ਉਹ ਕਿਡਨੀ ਜਿਹੜੇ ਮੇਰੇ ਨਾਲ ਉਹਨਾਂ ਫਿਰ ਡਾਇਲਿਸਿਸ ਮੇਰਾ 4 ਸਾਲ ਤੇ 9 ਮਹੀਨੇ ਜਿਹੜਾ ਮੇਰਾ ਡਾਇਲਿਸਿਸ ਹੋਇਆ। ਅੱਛਾ 9 ਮਹੀਨੇ ਤੋਂ ਬਾਅਦ ਮੇਰਾ ਕਿਡਨੀ ਟ੍ਰਾਂਸਪਲਾਂਟ ਅਲਹਮਦੁਲਿਲਾ। ਹੁਣ ਫਿਰ ਤੁਹਾਡੀ ਨਈ ਕਿਡਨੀ ਲੱਗੀ ਏ? ਹਾਂਜੀ, ਮੇਰੀ ਨਵੀਂ ਕਿਡਨੀ ਹੈ। ਅੱਛਾ ਤੇ ਇਹ ਕਿਡਨੀ ਜਦੋਂ ਟ੍ਰਾਂਸਪਲਾਂਟ ਕਰਦੇ ਨੇ ਇਹਦੇ ਵਿੱਚ ਕਿਹੜੀ ਕਿਹੜੀ ਐਸੀ ਜਿਹੜੀ ਪੇਚੀਦਾ ਚੀਜ਼ਾਂ ਨੇ, ਟਿਸ਼ੂ, ਖੂਨ ਜਾਂ ਕਿਹੜੀ ਕਿਹੜੀ ਚੀਜ਼ ਜਿਹੜੀ ਹੈ ਉਹ ਤੁਹਾਡੇ ਆਪਸ 'ਚ ਮਿਲਣੀ ਚਾਹੀਦੀ ਹੈ? ਜੇ ਅਗਰ ਨਾ ਮਿਲੇ ਤਾਂ ਫਿਰ ਤੇ ਇਨਸਾਨ ਦੀ ਸਿੱਧੀ ਡੈਥ ਹੈਗੀ ਹੈ ਨਾ? ਵੇਖੋ ਜੀ, ਮੇਰੇ ਤੇ 3-4 ਚੀਜ਼ਾਂ ਹੁੰਦੀਆਂ ਨੇ, ਮੈਚ ਕਰਦੇ ਨੇ। ਕਿਹੜੀ ਕਿਹੜੀਆਂ? ਜ਼ਿਆਦਾ 2 ਚੀਜ਼ਾਂ ਜਿਹੜੀਆਂ ਵੈਰੀ ਵੈਰੀ ਇੰਪੋਰਟੈਂਟ ਨੇ। ਇੱਕ ਤੇ ਤੁਹਾਡੇ ਟਿਸ਼ੂ ਹਾਂਜੀ ਤੇ ਦੂਸਰਾ ਤੁਹਾਡਾ ਬਲੱਡ ਗਰੁੱਪ। ਸਹੀ। ਔਰ ਬਲੱਡ ਗਰੁੱਪ ਜਿਹੜਾ ਹੈ ਉਹ ਜ਼ਿਆਦਾਤਰ ਸਾਡੇ ਲੋਕਾਂ ਦਾ O ਪੋਜ਼ਿਟਿਵ, ਜਿਨ੍ਹਾਂ ਲੋਕਾਂ ਦਾ O ਪੋਜ਼ਿਟਿਵ ਬਲੱਡ ਗਰੁੱਪ ਹੈ ਜੀ ਉਹਨਾਂ ਨੂੰ ਮਿਲ ਤੇ ਜਾਂਦੀ ਹੈ ਕਿਡਨੀ, ਲੇਕਿਨ ਲੰਗ ਵੇਅਰ ਅਗੋ ਯਾਨੀ 4, 5, 6, 7, 8 ਸਾਲ ਤੱਕ ਉਹਨਾਂ ਦੀ ਵਾਰੀ ਹੁੰਦੀ ਹੈ। ਇਸ ਅੱਛਾ ਵਾਸਤੇ ਕਿਉਂਕਿ ਇਹ ਘੋੜੇ ਜਿਹੜੇ ਨੇ ਇਹਨਾਂ ਦੇ ਟਿਸ਼ੂਜ਼ ਔਰ ਬਲੱਡ ਗਰੁੱਪ ਬਿਲਕੁਲ ਡਿਫਰੈਂਟ ਨੇ। ਸਹੀ ਉਹ ਸਾਡੇ ਨਾਲ ਮੈਚ ਨਹੀਂ ਕਰਦੇ। ਉਹਨਾਂ ਦੀ ਵਾਰੀ ਜਲਦੀ ਆ ਜਾਂਦੀ। ਸਾਡੇ ਜਿਹੜੇ ਏਸ਼ੀਅਨ ਨੇ, ਏਸ਼ੀਆ ਦੀ ਜਦ ਸਾਨੂੰ ਜਿਹੜੇ ਉਹ ਜ਼ਿਆਦਾ ਚਾਂਸ ਹੁੰਦੇ ਨੇ ਏਸ਼ੀਅਨ ਦਾ ਹੀ ਗੁਰਦਾ ਫਿੱਟ ਕਰਦੇ ਨੇ। ਸਹੀ ਉਹ ਜੋਗਾ ਏਸ਼ੀਅਨ ਟ੍ਰਾਂਸਪਲਾਂਟ ਨਹੀਂ ਕਰ ਆਪਣਾ ਡੋਨੇਟ ਨਹੀਂ ਕਰਦੇ ਆਪਣਾ ਕਿਡਨੀ, ਸਹੀ। ਜ਼ਿਆਦਾ ਫਿਰ ਸਾਡੀ ਵਾਰੀ ਜਿਹੜੀ ਉਹ ਦੇਣ ਵਾਲੀ। ਅੱਛਾ ਇਹਦੇ ਜ਼ਿਆਦਾ ਜਿਹੜੇ ਚਾਂਸ ਹੁੰਦੇ ਨੇ ਉਹ ਜ਼ਿਆਦਾ ਵੇਦੇ ਨੇ ਤੁਹਾਡੇ ਟਿਸ਼ੂ ਔਰ ਬਲੱਡ ਕੋਲ। ਸਹੀ। ਚਲੋ ਵਾਜੂ ਸਾਹਿਬ ਬਹੁਤ ਸ਼ੁਕਰੀਆ ਜਜ਼ਾਕਲਾ, ਤੁਸੀਂ ਬਹੁਤ ਸਾਰੀ ਰਹਿਨਮਾਈ ਕੀਤੀ ਹੈ ਤੇ ਤਮਾਮ ਦੋਸਤਾਂ ਨੂੰ ਫਿਰ ਇਹੀ ਕਹੀਏ ਕਿ ਕਮ ਸੇ ਕਮ ਉਹ ਪਾਣੀ ਜ਼ਿਆਦਾ ਤੋਂ ਜ਼ਿਆਦਾ ਪੀਣ ਤੇ ਬਿਲਕੁਲ ਪਾਣੀ ਜਿਹੜਾ ਨਾ ਉਹ ਜ਼ਿਆਦਾ ਪੀ। ਇਸ ਗੱਲੋਂ ਨਾ ਪੀ ਘੱਟ ਕਰਨ ਪਾਣੀ ਕਿ ਤੁਹਾਨੂੰ ਪਿਸ਼ਾਬ ਜ਼ਿਆਦਾ ਆਏਗਾ। ਸਹੀ। ਪਿਸ਼ਾਬ ਭਾਵੇਂ 10 ਵਾਰੀ ਕਰਨਾ ਪਏ ਕਰਨ, ਮਗਰ ਪਾਣੀ ਜ਼ਰੂਰ ਪੀਣ। ਪਾਣੀ ਪੀਓ ਜ਼ਰੂਰ। ਪਾਣੀ ਪਿਸ਼ਾਬ ਜਿਹੜਾ ਨਾ ਗਲਣ ਨਾਲ ਹੀ ਆਉਣਾ ਚਾਹੀਦਾ। ਔਰ ਦੂਸਰੀ ਇੱਕ ਹੋਰ ਚੀਜ਼ ਮੈਂ ਭੁੱਲ ਗਿਆ ਵਾਂ, ਜੀ ਸਟ੍ਰੋਕ ਜਦੋਂ ਮੈਨੂੰ ਹੋਇਆ ਸੀ ਨਾ, ਜੀ ਉਹਦੀਆਂ ਬਾਅਦ ਦਫਾ ਬੰਦਿਆਂ ਨੂੰ ਹੁੰਦੀਆਂ ਨੇ, ਉਹ ਬੰਦੇ ਨੂੰ ਪਤਾ ਹੀ ਨਹੀਂ ਚੱਲਦਾ ਕਿ ਮੇਰੇ ਅੰਦਰ ਕੀ ਗੜਬੜ ਹੋ ਰਹੀ। ਅੱਛਾ ਉਹਦੇ ਬਾਰੇ ਮੈਂ ਸਿਰਫ ਇਹ ਦੱਸਣਾ ਚਾਹੁੰਦਾ ਕਿ ਜਦੋਂ ਸਟ੍ਰੋਕ ਹੁੰਦਾ ਹੈ ਨਾ ਬੰਦੇ ਨੂੰ, ਕਈਆਂ ਬੰਦਿਆਂ ਨੂੰ, ਹਰ ਬੰਦੇ ਦੀ ਅਲਾਮਤ ਜਿਹੜੀ ਉਹ ਮੁਖਤਲਿਫ ਹੁੰਦੀ। ਅੱਛਾ ਉਹ ਕਈਆਂ ਉਹ ਐਸੀਆਂ ਗੱਲਾਂ ਨੇ ਜਿਹੜੀਆਂ ਮੇਰੇ ਨਾਲ ਇਤਫਾਕ ਕਰਨ ਦੇ ਕਿ ਉਹ ਆਖਣ ਦੇ ਕਿ ਯਾਰ ਇਹ ਜਲਦੀ ਵੀ ਕੀਤਾ। ਸਟ੍ਰੋਕ ਹੋਣ ਤੋਂ ਹਫਤਾ 2 ਹਫਤਾ ਪਹਿਲਾਂ ਜਿਹੜਾ ਨਾ ਜਾਂ ਬਾਜਵਾ ਸਾਹਿਬ ਮੈਂ ਕਿਹਾ ਉਹਦੇ ਤੇ ਅਸੀਂ ਹੋਰ ਇਨਸ਼ਾਅੱਲਾ ਤਆਲਾ ਪ੍ਰੋਗਰਾਮ ਕਰ ਲਾਂਗੇ। ਤੇ ਹੁਣ ਇਹ ਪ੍ਰੋਗਰਾਮ ਫਿਰ ਲੰਬਾ ਹੋ ਜਾਏਗਾ ਤੇ ਇਹ ਤੁਸੀਂ ਬਹੁਤ ਅੱਛੇ ਜਿਹੜਾ ਤੁਸੀਂ ਦੱਸਿਆ ਕਮ ਸੇ ਕਮ ਦਾ ਪਹਿਲੇ ਤੁਸੀਂ ਦੱਸਦੇ ਸੀ ਕਿਡਨੀ ਦਾ, ਬਹੁਤ ਅੱਛਾ ਮਾਸ਼ਾਅੱਲਾ ਤੁਸੀਂ ਦੱਸਿਆ। ਤੇ ਦੋਸਤਾਂ ਨੂੰ ਕਹਾਂ ਕਿ ਆਪਣੀ ਕਿਡਨੀ ਦੇ ਲਈ ਇhtiyat ਕਰਨ। ਤੇ ਬਾਜਵਾ ਸਾਹਿਬ ਨੇ ਬਹੁਤ ਅੱਛੀ ਉਹਨਾਂ ਨੇ ਆਪਣੇ ਜ਼ਾਤੀ ਤਜਰਬੇ ਦੀ ਵਜ੍ਹਾ ਤੋਂ ਸਭ ਕੁਝ ਦੱਸਿਆ ਹੈ। ਇਸ ਲਈ ਕਿ ਬਾਜਵਾ ਸਾਹਿਬ ਵੀ ਕਿਡਨੀ ਦਾ ਸ਼ਿਕਾਰ ਹੋ ਚੁੱਕੇ ਨੇ ਕਿ ਇੱਕ ਦਫਾ ਉਹਨਾਂ ਦੀ ਕਿਡਨੀ ਫੇਲ ਹੋ ਚੁੱਕੀ ਹੈ ਤੇ ਅੱਲਾਹ ਤਾਲਾ ਨੇ ਫਜ਼ਲ ਕੀਤਾ ਕਿ ਉਹਨਾਂ ਨੂੰ ਕਿਡਨੀ ਦੁਬਾਰਾ ਮਿਲ ਗਈ ਹੈ ਤੇ ਉਹ ਇੱਕ ਸਿਹਤਮੰਦ ਜ਼ਿੰਦਗੀ ਬਸਰ ਕਰ ਰਹੇ ਨੇ। ਤੇ ਉਹਨਾਂ ਦੀ ਦਿਲੀ ਖਾਹਿਸ਼ ਹੈ ਕਿ ਸਾਰੇ ਸਾਡੇ ਜਿੰਨੇ ਭਰਾ ਨੇ ਉਹ ਇੱਕ ਸਿਹਤਮੰਦ ਜ਼ਿੰਦਗੀ ਬਸਰ ਕਰਨ। ਤੇ ਉਹਦੇ ਬਾਜਵਾ ਸਾਹਿਬ ਕਹਿ ਰਹੇ ਨੇ ਕਮ ਸੇ ਕਮ 8 ਗਲਾਸ ਪਾਣੀ ਦੇ ਡੇਲੀ ਪੀਓ ਤੁਸੀਂ। ਤੇ ਉਹਦੇ ਬਾਅਦ ਅਗਰ ਕਿਸੇ ਵੀ ਦੋਸਤ ਦੀ, ਪਿਆਰੇ ਦੀ, ਕਿਸੇ ਬੇਟੇ ਦੀ, ਬਾਪ ਦੀ ਕਿਡਨੀ ਕੋਈ ਟ੍ਰਾਂਸਪਲਾਂਟ ਕਰਨ ਲੱਗਣ ਤੇ ਉਹਦਾ ਸਾਰਿਆਂ ਨਾਲੋਂ ਜ਼ਿਆਦਾ ਇhtiyat ਜਿਹੜੀ ਉਹਦੇ ਟਿਸ਼ੂ ਮਿਲਣੇ ਚਾਹੀਦੇ ਨੇ, ਉਹਦਾ ਖੂਨ ਮਿਲਣਾ ਚਾਹੀਦਾ ਹੈ। ਵਰਨਾ ਉਸੇ ਤਰ੍ਹਾਂ ਹੀ ਹਾਦਸਾ ਹੋ ਜਾਏਗਾ ਜਿਸ ਤਰ੍ਹਾਂ ਉਮਰ ਸ਼ਰੀਫ ਸਾਹਿਬ ਦੀ ਬੇਟੀ ਦਾ ਪਿਛਲੇ ਦਿਨਾਂ 'ਚ ਹਾਦਸਾ ਹੋਇਆ ਹੈ, ਇੰਤਹਾਈ ਦਰਦਨਾਕ। ਤੇ ਬਾਜਵਾ ਸਾਹਿਬ ਦੀ ਵੀ ਦਿਲੀ ਖਾਹਿਸ਼ ਹੈ ਕਿ ਦੋਸਤਾਂ ਨੂੰ ਇਹੋ ਜਿਹੇ ਹਾਦਸਾ ਤੋਂ ਬਚਾਉਣ ਲਈ ਇਹਨਾਂ ਸਾਰੀ ਇਨਫੋਰਮੇਸ਼ਨ ਦਿੱਤੀ ਹੈ। ਤੇ ਬਾਜਵਾ ਸਾਹਿਬ ਬਹੁਤ ਸ਼ੁਕਰੀਆ ਜਜ਼ਾਕਲਾ। ਤੇ ਅਸੀਂ ਇਨਸ਼ਾਅੱਲਾ ਤਾਲਾ ਬ੍ਰੇਨ ਐਵਰੇਜ ਤੇ ਹੋਰ ਫਿਰ ਪ੍ਰੋਗਰਾਮ ਹੀ ਕਰਾਂਗੇ, ਵਰਨਾ ਪ੍ਰੋਗਰਾਮ ਹੈ ਸਾਡਾ ਲੰਬਾ ਹੋ ਗਿਆ। ਤੇ
ਤੇ ਬਹੁਤ ਸ਼ੁਕਰੀਆ, ਜਜ਼ਾਕੱਲਾ। ਅੱਲਾਹ ਤਾਲਾ ਤੁਹਾਨੂੰ ਆਪਣੇ ਹਿਫਜ਼-ਏ-ਅਮਾਨ 'ਚ ਰੱਖੇ। ਤੇ तमाम ਦੋਸਤਾਂ ਨੂੰ ਦਰਖਾਸਤ ਹੈ ਕਿ ਜਿਹੜੇ ਸਾਡੇ ਇਹ ਪ੍ਰੋਗਰਾਮ ਵੇਖ ਰਹੇ ਨੇ, ਵਰਲਡ ਇਨਫੋਰਮੇਸ਼ਨ ਜਿਹੜੀ ਹੈਗੀ ਆ ਅਸੀਂ ਦਿੰਦੇ ਹੈਗੇ ਆ, ਤੁਹਾਡੀ ਸਿਹਤ ਦੀ, ਤੁਹਾਡੀ ਤੰਦਰੁਸਤੀ ਦੀ ਕੁਝ ਦਵਾਈਆਂ ਦਾ ਵੀ ਦੱਸਦੇ ਆ। ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਦੋਸਤਾਂ ਨਾਲ ਸ਼ੇਅਰ ਕਰੋ ਤੇ ਆਪਣੀ ਸਿਹਤ ਦਾ ਖਿਆਲ ਰੱਖੋ। ਅਸੀਂ ਇਨਸ਼ਾ ਅੱਲਾਹ ਤਾਲਾ ਨੈਕਸਟ ਵੀਡੀਓ ਬ੍ਰੇਨ ਹੈਮਰੇਜ ਤੇ ਇੱਕ ਹੋਰ ਲੈ ਕੇ ਆ ਰਹੇ ਹਾਂ, ਤੇ ਉਹ ਵੀ ਜ਼ਰੂਰ ਦੇਖਣਾ ਨਾ ਭੁੱਲਣਾ। ਸਾਡਾ ਕੰਮ ਹੈ ਇਨਸਾਨੀਅਤ ਦੀ ਖਿਦਮਤ ਕਰਨਾ। ਤੇ ਦੋਸਤ ਦੁਆਵਾਂ ਯਾਦ ਰੱਖਣ। ਅਸਲਾਮ ਵਾਲੇਕੁਮ ਵਰਹਿਮਤੁல்லாਹਿ ਵਬਰਕਾਤੁਹੂ।